ਪ੍ਰੈਸ ਕਾਨਫਰੰਸ ਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੀ ਜਿਹੜੀ ਜਿਮਨੀ ਚੋਣ ਹੈ ਉਹਦੇ ਰਿਲੇਟਡ ਅੱਜ ਆਪਾਂ ਇੱਥੇ ਬਰੀਫਿੰਗ ਲਈ ਇਕੱਠੇ ਹੋਏ ਹਾਂ। ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੱਲ੍ਹ ਜਿਹੜਾ ਸੀਗਾ ਕੋਡ ਇਨ ਪਲੇਸ ਹੋ ਗਿਆ 29 ਤਰੀਕ ਤੋਂ। ਸੋ ਮੈਂ ਬੇਸਿਕਲੀ ਤੁਹਾਨੂੰ ਸ਼ਡਿਊਲ ਦੱਸ ਦਿੰਦਾ ਕਿ ਡੇਟ ਆਫ ਨੋਟੀਫਿਕੇਸ਼ਨ ਜਿਹੜੀ ਹੈ ਬਜਟ ਨੋਟੀਫਿਕੇਸ਼ਨ ਉਹ 13 ਅਪ੍ਰੈਲ 2023 ਨੂੰ ਹੋਊਗੀ। ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਹੈ ਉਹ 20/4/2023 ਤੱਕ ਲਾਸਟ ਡੇ ਆਫ ਨੋਮੀਨੇਸ਼ਨ ਅਸੀਂ ਐਕਸੈਪਟ ਕਰਾਂਗੇ। ਉਸ ਤੋਂ ਬਿਲਕੁਲ ਹੀ ਅਗਲੇ ਦਿਨ ਸਕਰੂਟਨੀ ਹੋਏਗੀ ਨੋਮੀਨੇਸ਼ਨ ਦੀ। ਦੈਨ ਲਾਸਟ ਡੇ ਆਫ ਵਿਡਰਾਅਲ ਆਫ ਕੈਂਡੀਡੇਚਰ, ਵਿਡਰਾਅਲ ਉਮੀਦਵਾਰ ਜਿਹੜਾ ਹੈ ਆਪਣੇ ਨੋਮੀਨੇਸ਼ਨ ਪੇਪਰ ਲਾਸਟ ਜਿਹੜੇ ਵਿਡਰਾਅ ਕਰ ਸਕਦਾ ਉਹ 24/4/2023 ਨੂੰ ਹੋਊਗਾ। ਜਿੱਦਾਂ ਕਮਿਸ਼ਨ ਵੱਲੋਂ ਡਿਸਾਈਡ ਕੀਤਾ ਗਿਆ ਹੈ, ਪੋਲ ਜਿਹੜੀ ਹੈ ਆਪਣੀ 10 ਮਈ 2023 ਨੂੰ ਹੋਊਗੀ ਤੇ ਬੜੇ ਹੀ ਸ਼ਾਰਟ ਟਾਈਮ ਤੋਂ ਬਾਅਦ ਨਾਲ ਹੀ 13 ਤਰੀਕ ਨੂੰ ਸਾਡੀ ਜਿਹੜੀ ਹੈ ਕਾਊਂਟਿੰਗ ਦਾ ਪ੍ਰੋਸੀਜਰ ਜਿਹੜਾ ਹੈ ਉਹ ਕਾਊਂਟਿੰਗ ਹੋਊਗੀ। ਜ਼ਿਲ੍ਹੇ ਦੀ ਇੱਕ ਬਰੀਫ ਪ੍ਰੋਫਾਈਲ ਮੈਂ ਤੁਹਾਨੂੰ ਦੇ ਦਿੰਦਾ ਕਿ ਕਿੰਨੇ ਕਿੰਨੇ ਸਾਡੇ ਕੋਲ ਪੋਲਿੰਗ ਸਟੇਸ਼ਨ ਨੇ ਤੇ ਬਾਕੀ ਸਾਰੀ ਇਨਫੋਰਮੇਸ਼ਨ। ਸਾਡੇ ਕੋਲ 1972 ਜਿਹੜੇ ਪੋਲਿੰਗ ਸਟੇਸ਼ਨ ਐਗਜ਼ਿਸਟ ਕਰਦੇ ਨੇ ਜੀ। ਟੋਟਲ ਸਾਡੀਆਂ 1164 ਪੋਲਿੰਗ ਸਟੇਸ਼ਨ ਲੋਕੇਸ਼ਨ ਦੇ ਉੱਤੇ ਇਹ ਪੋਲਿੰਗ ਸਟੇਸ਼ਨ ਹੈਗੇ ਆ। ਪ੍ਰੀਡੋਮੀਨੈਂਟਲੀ ਜਿਹੜੇ ਹੈ ਇਹਨਾਂ ਚੋਂ ਰੂਰਲ ਪੋਲਿੰਗ ਸਟੇਸ਼ਨ ਜ਼ਿਆਦਾ ਨੇ। 1234 ਪੋਲਿੰਗ ਸਟੇਸ਼ਨ ਰੂਰਲ ਏਰੀਆ ਦੇ ਵਿੱਚ ਪੈਂਦੇ ਆ ਤੇ 738 ਜਿਹੜੇ 738 ਸਾਡੇ ਅਰਬਨ ਪੋਲਿੰਗ ਸਟੇਸ਼ਨ ਦੇ ਵਿੱਚ ਪੈਂਦੇ ਆ। ਜਲੰਧਰ ਫॉर योर ਇਨਫੋਰਮੇਸ਼ਨ ਇਜ਼ ਦ ਓਨਲੀ ਡਿਸਟ੍ਰਿਕਟ ਇਨ ਪੰਜਾਬ ਜਿਹੜਾ ਲਾਰਜਲੀ ਸਿੰਗਲ ਪਾਰਲੀਮੈਂਟਰੀ ਕੰਸਟੀਟੂਐਂਸੀ ਜਿਹੜੀ ਹੈ ਉਹ ਸਾਡੀ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕੰਟੀਗੂਅਸ ਹੈ। ਸੋ ਦੈਟ ਵੇ ਦੇਰ ਇਜ਼ ਨੋ ਓਵਰਲੈਪਿੰਗ ਆਫ ਐਨੀ ਅਦਰ ਡਿਸਟ੍ਰਿਕਟ। ਪੁਲਿਸ ਦੇ ਐਂਗਲ ਤੋਂ ਸਾਡੀਆਂ ਜਿਹੜੀਆਂ 9 ਕੰਸਟੀਟੂਐਂਸੀਜ਼ ਅਸੈਂਬਲੀ ਕੰਸਟੀਟੂਐਂਸੀਜ਼ ਹੈਗੀਆਂ ਨੇ। 9 ਅਸੈਂਬਲੀ ਕੰਸਟੀਟੂਐਂਸੀਜ਼ ਤੋਂ 5 ਜਿਹੜੀਆਂ ਨੇ ਉਹ ਪ੍ਰੀਡੋਮੀਨੈਂਟਲੀ ਰੂਰਲ ਏਰੀਆਜ਼ ਦੇ ਵਿੱਚ ਨੇ, ਉਹ ਕਮਿਸ਼ਨਰੇਟ ਏਰੀਆਜ਼ ਦੇ ਵਿੱਚ ਪੈਂਦੀਆਂ ਨੇ। ਪ੍ਰੋਜੈਕਟਡ ਪਾਪੂਲੇਸ਼ਨ ਦੇ ਬੇਸਿਸ ਦੇ ਉੱਤੇ ਅਸੀਂ ਜਿਹੜੇ ਇਲੈਕਟਰ ਐਜ਼ ਔਨ ਡੇਟ ਸਾਡੇ ਕੋਲ 16,18,512 16,18,512 ਵੋਟਰਸ ਸਾਡੇ ਕੋਲ ਐਜ਼ ਔਨ ਡੇਟ ਐਗਜ਼ਿਸਟ ਕਰਦੇ ਨੇ। ਤੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਵੋਟਰਸ ਨੂੰ ਇਹ ਕਹਿਣਾ ਚਾਹੁੰਦਾ ਕਿ ਲਾਸਟ ਡੇ ਆਫ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਉਦੋਂ ਤੱਕ ਤੁਸੀਂ ਆਪਣੀ ਵੋਟ ਬਣਵਾ ਸਕਦੇ ਹੋ। ਤੋਂ 20/4/2023 ਤੱਕ ਜਿਨ੍ਹਾਂ ਦਾ ਵੀ ਸਾਡੇ ਕੋਲ ਫਾਰਮ ਰਿਸੀਵ ਹੋਊਗਾ, ਫਾਰਮ ਨੰਬਰ 6 ਆਊਗਾ, ਤੁਸੀਂ ਆਪਣੀ ਵੋਟ ਬਣਾਉਣਾ ਚਾਹੁੰਦੇ ਹੋ ਉਹਨਾਂ ਦੀ ਜਿਹੜਾ ਹੈ ਸਪਲੀਮੈਂਟ ਲੱਗ ਕੇ, ਕਿਉਂਕਿ ਸਾਡੀ ਪਹਿਲਾਂ ਉਹ 1 ਜਨਵਰੀ ਹੁੰਦੀ ਸੀਗੀ, ਹੁਣ 1 ਅਪ੍ਰੈਲ ਨੈਕਸਟ ਐਲੀਜੀਬਿਲਿਟੀ ਡੇਟ ਆ ਰਹੀ ਹੈ। 1 ਅਪ੍ਰੈਲ ਨੂੰ ਜਿਹੜੇ ਬੱਚੇ ਐਲੀਜੀਬਲ ਹੋਣਗੇ 18 ਸਾਲ ਤੋਂ ਉੱਤੇ ਹੋਣਗੇ, ਇੱਕ ਤਾਂ ਅਸੀਂ ਉਹਨਾਂ ਨੂੰ ਇਨਕਲੂਡ ਕਰ ਰਹੇ ਹਾਂ। ਪਲੱਸ ਉਸ ਤੋਂ ਇਲਾਵਾ ਵੀ ਜੇ ਕਿਸੇ ਨੇ ਆਪਣੀ ਵੋਟ ਨਹੀਂ ਬਣਾਈ ਤਾਂ ਲਾਸਟ ਡੇ ਆਫ ਜਿਹੜਾ ਨੋਮੀਨੇਸ਼ਨ ਹੈ 20/4/2023 ਤੱਕ ਆਪਣੀ ਵੋਟ ਬਣਾਊਗਾ ਤੇ ਉਹਨੂੰ ਅਖਤਿਆਰ ਹੋਊਗਾ ਕਿ ਆਪਣੀ ਜਿਹੜੀ ਜਿਮਨੀ ਚੋਣ ਹੈ ਉਹਦੇ 'ਚ ਪਾਰਟੀਸਪੇਟ ਕਰ ਸਕਦਾ। ਵੋਟਰਸ ਦੀ ਇੱਕ ਬਰੀਫ ਪ੍ਰੋਫਾਈਲ ਮੈਂ ਤੁਹਾਨੂੰ ਦੱਸ ਦਿੰਦਾ। ਲਾਰਜੈਸਟ ਜਿਹੜਾ ਸਾਡਾ ਸੈਗਮੈਂਟ ਹੈ 9 ਸਾਡੇ ਅਸੈਂਬਲੀ ਕੰਸਟੀਟੂਐਂਸੀਜ਼ ਹੈਗੀਆਂ ਨੇ। ਸਭ ਤੋਂ ਵੱਡਾ ਉਹਦੇ 'ਚੋਂ ਨਕੋਦਰ ਤੱਕ ਜਿਹੜਾ ਸਾਡਾ ਹਲਕਾ ਸਭ ਤੋਂ ਵੱਡਾ ਹਲਕਾ ਹੈਗਾ, 252 ਉਹਦੇ 'ਚ ਬੂਥ ਪੈਂਦੇ ਨੇ। ਲਾਰਜੈਸਟ ਹਲਕਾ ਜਿਹਦੇ 'ਚ ਵੋਟਰ ਸਭ ਤੋਂ ਜ਼ਿਆਦਾ ਨੇ ਉਹ ਹੈਗਾ ਫਿਲੌਰ। ਫਿਲੌਰ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਰ ਨੇ, ਤਕਰੀਬਨ 2 ਲੱਖ ਵੋਟਰ ਉੱਥੇ ਹੈ। 1,99,176 ਵੋਟਰ ਸਾਡੇ ਕੋਲ ਉੱਥੇ ਐਗਜ਼ਿਸਟ ਕਰਦਾ ਹੈ। ਸਮੋਲੈਸਟ ਜਿਹੜਾ ਸੈਗਮੈਂਟ ਹੈ ਉਹ ਆਦਮਪੁਰ ਹਲਕਾ ਸਾਡਾ ਹੈਗਾ। 1,64,707 ਵੋਟਰ ਸਾਡੇ ਕੋਲ ਇੱਥੇ ਨੇ। ਕਿਉਂਕਿ ਜਲੰਧਰ ਦੇ ਵਿੱਚ ਸਰਵਿਸ ਵੋਟਰਸ ਵੀ ਬਹੁਤ ਨੇ, ਡਿਫੈਂਸ ਪਰਸਨ 1852 ਸਾਡੇ ਕੋਲ ਸਰਵਿਸ ਵੋਟਰ ਜਿਹੜੇ ਨੇ ਜ਼ਿਲ੍ਹੇ ਦੇ ਸਾਡੇ ਕੋਲ ਰਜਿਸਟਰ। ਸਰਵਿਸ ਵੋਟਰਸ ਨੂੰ ਬੇਸਿਕਲੀ ਪੋਸਟਲ ਬੈਲਟ ਦੀ ਜਿਹੜੀ ਫੈਸਿਲਿਟੀ ਹੈ ETPBS ਇਲੈਕਟ੍ਰੋਨਿਕਲੀ ਟ੍ਰਾਂਸਫਰਡ ਪੋਸਟਲ ਬੈਲਟ ਸਿਸਟਮ, ਉਹਦੇ ਥਰੂ ਅਸੀਂ ਵੋਟ ਪਾਉਣ ਦਾ ਅਖਤਿਆਰ ਉਹਨਾਂ ਨੂੰ ਪ੍ਰੋਵਾਈਡ ਹੁੰਦਾ। NRI ਜਿਹੜੇ ਵੋਟਰਸ ਨੇ 73 ਸਾਡੇ ਕੋਲ ਵੋਟਰ ਜਿਹੜੇ ਨੇ ਐਜ਼ NRI ਹੋ ਕੇ ਰਜਿਸਟਰ ਹੋਏ ਨੇ। ਕਮਿਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਹੈ ਫੋਕਸ ਰਹਿੰਦਾ ਹੈ ਕਿ ਖਾਸ ਤੌਰ ਦੇ ਉੱਤੇ ਜਿਹੜੇ ਦਿਵਿਆਂਗਜਨ ਨੇ ਜਾਂ ਪਰਸਨ ਵਿਦ ਡਿਸੇਬਿਲਿਟੀ ਹੈਗੇ ਆ ਉਹਨਾਂ ਨੂੰ ਵੋਟ ਪਾਉਣ ਦਾ ਅਖਤਿਆਰ ਉਹਨਾਂ ਨੂੰ ਬੜਾ ਈਜ਼ੀ ਕਰਨਾ। ਸੋ ਅਸੀਂ ਪ੍ਰੋਪਰ ਜਿਹੜੀਆਂ ਸਾਡੀਆਂ ਟੀਮ ਸੀਗੀਆਂ BLOs 1972 ਜਿਹੜੇ ਸਾਡੇ ਬੂਥ ਹੈ ਉਹਨਾਂ ਦੇ ਥਰੂ ਅਸੀਂ ਇਹਨਾਂ ਦੀ ਮੈਪਿੰਗ ਕਰਵਾਈ ਤੇ ਐਜ਼ ਔਨ ਡੇਟ ਸਾਡੇ ਕੋਲ 10,526 PWDs ਜਿਹੜੇ ਨੇ ਐਜ਼ ਅ ਸਾਡੇ ਕੋਲ ਰਜਿਸਟਰ ਹੋਏ ਨੇ। ਇਨਫੈਕਟ ਬੜਾ ਇੰਟਰਸਟਿੰਗ ਹੈ ਕਿ ਸਾਡੇ ਕੋਲ 80+ ਜਿਹੜੇ ਵੋਟਰਸ ਨੇ ਜਿਨ੍ਹਾਂ ਦੀ ਉਮਰ 80 ਸਾਲ ਦੀ ਹੋ ਚੁੱਕੀ ਹੈ, ਉਹਨਾਂ ਨੂੰ ਸਪੈਸ਼ਲ ਫੈਸਿਲਿਟੀ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ ਕਿ ਐਜ਼ ਅ ਪੋਸਟਲ ਬੈਲਟ ਆਪਣਾ ਵੋਟ ਜਿਹੜਾ ਉਹ ਕਾਸਟ ਕਰ ਸਕਦੇ ਆ। 32,668 ਸਾਡੇ ਕੋਲ ਇੱਦਾਂ ਦੇ ਵੋਟਰਸ ਨੇ ਜਿਹੜੇ 80+ ਨੇ ਤੇ 100+ ਜਿਹੜੇ ਨੇ 100 ਸਾਲ ਤੋਂ ਉੱਤੇ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ 444 ਵੋਟ 444 ਵੋਟ ਸਾਡੇ ਕੋਲ ਇੱਦਾਂ ਦੇ ਨੇ ਜਿਹੜੇ 100 ਸਾਲ ਤੋਂ ਉੱਤੇ ਉਮਰ ਦੇ ਸਾਡੇ ਕੋਲ ਹੋਏ ਨੇ। ਸੋ ਦੇ ਆਰ ਬੇਸਿਕਲੀ ਸਵੀਪ ਆਈਕਨਸ ਆਲਸੋ ਐਨੀ
ਉਮਰ ਦੇ ਵਿੱਚ ਤੇ ਬੜੇ ਐਕਟਿਵਲੀ ਆ ਕੇ ਉਹ ਵੋਟ ਪਾਉਂਦੇ ਨੇ। 18 ਤੋਂ 19 ਸਾਲ ਦੇ ਵੋਟਰਸ ਦੇ ਉੱਤੇ ਸਾਡਾ ਬਹੁਤ ਜ਼ਿਆਦਾ ਫੋਕਸ ਰਹਿੰਦਾ, ਬਿਕੋਜ਼ ਦੇ ਆਰ ਦਾ ਵਨ। ਤੁਹਾਨੂੰ ਪਤਾ ਹੈ ਕਿ ਇੰਡੀਆ ਇੱਕ ਇੱਦਾਂ ਦਾ ਮੁਲਕ ਹੈ ਜਿਹਦਾ ਡੈਮੋਗ੍ਰਾਫਿਕ ਡਿਵੀਡੈਂਡ ਨੰਬਰ ਆਫ ਪਰਸਨ ਜਿਹੜੇ ਨੇ ਬਿਲੋ 35 ਈਅਰ ਵਿੱਚ ਬਹੁਤ ਜ਼ਿਆਦਾ ਨੇ। ਆਈ ਥਿੰਕ ਵੀ ਆਰ ਦ ਲਾਰਜੈਸਟ that ਨੰਬਰ। ਜਲੰਧਰ ਦੇ ਵਿੱਚ 18 ਤੋਂ 19 ਸਾਲ ਦੇ ਜਿਹੜੇ ਨਵੇਂ ਵੋਟਰਸ ਬਣ ਰਹੇ ਨੇ 23,649 ਜਿਹੜੇ ਇੱਦਾਂ ਦੇ ਵੋਟਰਸ ਹੈ ਜਿਹੜੇ ਕਿ ਹੁਣ ਸਾਡੇ ਕੋਲ 18 ਤੋਂ ਲੈ ਕੇ 19 ਸਾਲ ਦੀ ਉਮਰ ਦੇ ਵਿੱਚ ਰਜਿਸਟਰ ਹੋਏ ਨੇ। ਪਲੱਸ ਬਹੁਤ ਜ਼ਿਆਦਾ ਫੋਕਸ ਜਿਹੜਾ ਸਾਡਾ ਰਹੂਗਾ ਉਹ ਰਹੂਗਾ ਕਿ ਇੱਕ ਤਾਂ ਲਾਅ ਐਂਡ ਆਰਡਰ ਦੇ ਪੱਖੋਂ ਸੀਪੀ ਸਾਹਿਬ ਹੈਗੇ ਨੇ, ਐਸਐਸਪੀ ਰੂਰਲ ਰਿਪਰੈਜ਼ੈਂਟੇਟਿਵ ਹੀ ਹੈ, ਕਿ ਲਾਅ ਐਂਡ ਆਰਡਰ ਦੇ ਪੱਖੋਂ ਜਿੰਨੀਆਂ ਵੀ ਸਾਡੀਆਂ ਹਦਾਇਤਾਂ ਕਮਿਸ਼ਨ ਵੱਲੋਂ ਆਈਆਂ ਹੋਈਆਂ ਨੇ ਉਹਨੂੰ ਅਸੀਂ ਪਰਪੱਕ ਰੂਪ ਦੇ ਵਿੱਚ ਉਹਨੂੰ ਅਸੀਂ ਇੰਪਲੀਮੈਂਟ ਕਰੀਏ। ਜਿਹਦੇ 'ਚ ਤੁਸੀਂ ਦੇਖਿਆ ਹੋਊਗਾ ਕਿ ਕੋਡ ਲੱਗਦੇ ਸਾਰ ਹੀ 144 ਦੇ ਅਸੀਂ ਆਰਡਰ ਕਰਤੇ ਸੀਗੇ ਆਮ ਜਨ ਇਨਫੋਰਮੇਸ਼ਨ ਜਿਹੜੀ ਹੈ ਉਹਨੂੰ ਡਿਪੋਜ਼ਿਟ ਕੀਤਾ ਜਾਊਗਾ ਜਿੰਨੀ ਵੀ ਹੈਗੀ ਹੈ, ਅੰਟਿਲ ਅਨਲੈਸ ਸਾਨੂੰ ਇੱਕ ਅਸੀਂ ਰਿਵਿਊ ਬੋਰਡ ਬਣਾਇਆ ਜਿਸ 'ਚ ਕਮਿਸ਼ਨਰੇਟ ਪੁਲਿਸ ਤੋਂ, ਐਸਐਸਪੀ ਰੂਰਲ ਤੋਂ, ਮੇਰੇ ਵੱਲੋਂ ਏਡੀਐਮ ਸਾਹਿਬ, ਏਡੀਸੀ ਜੀ ਜਿਹੜੇ ਨੇ, ਹੀ ਇਜ਼ ਦ ਰਿਪਰੈਜ਼ੈਂਟੇਟਿਵ ਫਰੋਮ ਮਾਈ ਸਾਈਡ। ਦਿਸ ਬੋਰਡ ਵਿਲ ਬੇਸਿਕਲੀ ਰਿਵਿਊ ਦ ਪਰਸਨ ਜਿਹੜੇ ਕਹਿੰਦੇ ਨੇ ਕਿ ਸਾਨੂੰ ਐਗਜ਼ੈਂਪਸ਼ਨ ਚਾਹੀਦੀ ਹੈ, ਐਗਜ਼ੈਂਪਸ਼ਨ ਔਨ ਦ ਬੇਸਿਸ ਆਫ ਨੈਟ ਪਰਸੈਪਸ਼ਨ। ਅਦਰ ਦੈਨ ਦੈਟ ਜਿੰਨੇ ਵੀ ਸਾਡੇ ਸਿਕਿਉਰਿਟੀ ਏਜੰਸੀਜ਼ ਨੇ ਜਿਹੜੀਆਂ ਕਿ ਬੈਂਕਸ ਦੇ ਵਿੱਚ ਕੈਸ਼ ਜਾਂ ਏਟੀਐਮ ਕੈਸ਼ ਟ੍ਰਾਂਸਫਰ ਕਰਦੀਆਂ ਨੇ, ਜਾਂ ਬੈਂਕ ਦੇ ਬਾਹਰ ਜਿਹੜੇ ਗਾਰਡ ਵਗੈਰਾ ਲੱਗੇ ਹੁੰਦੇ ਨੇ ਉਹਨਾਂ ਨੂੰ ਅਸੀਂ ਬਲੈਂਕੇਟ ਐਗਜ਼ੈਂਪਸ਼ਨ ਦੇਣ ਤੋਂ ਬਾਅਦ ਇਹ 144 ਆਰਡਰ ਜਾਰੀ ਕੀਤਾ ਹੈ ਕਿ ਤੁਸੀਂ ਆਪਣੇ ਜਿਹੜੇ ਹਥਿਆਰ ਨੇ ਜੇ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਤਾਂ ਜਾਂ ਤਾਂ ਥਾਣੇ ਜਾਂ ਜਿੰਨੇ ਵੀ ਸਾਡੇ ਲਾਇਸੈਂਸ ਗਨ ਡੀਲਰ ਨੇ ਉਹਨਾਂ ਕੋਲ ਤੁਸੀਂ ਡਿਪੋਜ਼ਿਟ ਕਰਨਾ ਹੈਗਾ ਜੀ। ਅਤੇ ਸਾਡਾ ਮੇਨ ਫੋਕਸ ਜਿਹੜਾ ਹੈ ਉਹ ਰਹੂਗਾ ਕਿ ਇੱਕ ਤਾਂ ਬੜੀ ਸ਼ਾਂਤਮਈ ਤਰੀਕੇ ਨਾਲ ਵਿਦਾਊਟ ਐਨੀ ਪਾਰਸ਼ੀਐਲਿਟੀ ਇਲੈਕਸ਼ਨ ਕੰਡਕਟ ਹੋਵੇ, ਪਲੱਸ ਜਸਟ ਟੂ ਗਿਵ ਬਿਟ ਆਫ ਜਿਹੜੀ ਬੜੀ ਗ੍ਰੇਸਫੁਲੀ ਇਲੈਕਸ਼ਨ ਹੋਵੇ। ਅਤੇ ਉਸ ਤੋਂ ਇਲਾਵਾ ਅਸੀਂ ਮਾਡਲ ਪੋਲਿੰਗ ਸਟੇਸ਼ਨ ਜਿਹੜੇ ਨੇ 9 ਹਲਕਿਆਂ ਦੇ ਵਿੱਚ 44 ਮਾਡਲ ਪੋਲਿੰਗ ਸਟੇਸ਼ਨ ਅਸੀਂ ਐਸਟੈਬਲਿਸ਼ ਕਰ ਰਹੇ ਹਾਂ, ਕਮਿਸ਼ਨ ਦੀ ਜਿੱਦਾਂ ਹਦਾਇਤਾਂ ਨੇ ਉਹ ਕਰ ਰਹੇ ਹਾਂ। ਪਲੱਸ 9 ਅਸੀਂ ਪੋਲਿੰਗ ਸਟੇਸ਼ਨ, ਇੱਕ ਪੋਲਿੰਗ ਸਟੇਸ਼ਨ ਪਰ ਜਿਹੜਾ ਹਲਕਾ ਉਹ ਕਰ ਰਹੇ ਹਾਂ, ਜਿਹਦੇ 'ਚ it will be completely managed by our women polling personnel. They'll be there, they'll be thoroughly trained in terms of managing the EVM, managing the queue, everything. ਉਹਦੀ ਅਸੀਂ ਮੈਨੇਜਮੈਂਟ ਕਰਾਂਗੇ ਉੱਥੇ। ਸੈਕਟਰ ਸੁਪਰਵਾਈਜ਼ਰ ਸਾਡੇ ਕੋਲ 184 ਸੈਕਟਰ ਸੁਪਰਵਾਈਜ਼ਰ ਨੇ। ਇਹ ਬੇਸਿਕਲੀ ਸੈਕਟਰ ਸੁਪਰਵਾਈਜ਼ਰਸ PLO ਤੋਂ ਇੱਕ ਨੇ ਜਿਹੜੇ ਕਿ ਔਨ ਦ ਡੇ ਆਫ ਪੋਲ ਸਾਡੀ ਜਿੰਨੀ ਵੀ ਪੋਲ ਡੇ ਮੋਨੀਟਰਿੰਗ ਹੈ ਉਹਨੂੰ ਆਬਜ਼ਰਵ ਕਰਨਗੇ। ਇਹਨਾਂ ਨੂੰ ਅਸੀਂ ਐਗਜ਼ੈਕਟਿਵ ਮੈਜਿਸਟ੍ਰੇਟ ਦਾ ਵੀ ਅਖਤਿਆਰ ਦੇਵਾਂਗੇ ਕਿ ਇਨ ਕੇਸ ਕੋਈ ਲਾਅ ਐਂਡ ਆਰਡਰ ਨਾਲ ਡੀਲ ਕਰਨਾ ਪੈਂਦਾ ਹੈ ਔਨ ਦ ਡੇ ਆਫ ਪੋਲ ਇਹ ਉਸ ਦਿਨ ਦੇਖਣਗੇ। ਦੈਨ ਇੱਕ ਸਪੈਸ਼ਲ ਅਸੀਂ ਇੱਕ ਬੂਥ ਬਣਾ ਰਹੇ ਹਾਂ ਜਿੱਥੇ ਸਾਡੇ PWD ਪਰਸੋਨਲ ਜਿਹੜੇ ਹੋਣਗੇ ਉਹੀ ਮੈਨੇਜ ਕਰਨਗੇ ਉਸ ਬੂਥ ਨੂੰ, ਸੋ ਦੈਟ the spirit of inclusivity, spirit of empowerment, giving empowerment to such people, that is also displayed by our officers. ਤੇ ਇਸ ਵਾਰੀ ਜਿਹੜੀ ਇਲੈਕਸ਼ਨ ਦੀ ਐਕਸਪੈਂਸਿਸ ਦੀ ਲਿਮਿਟ ਹੈ ਵੀ ਆਲਸੋ ਸੈਕਸ਼ਨ 77 ਦੇ ਵਿੱਚ ਐਨਹਾਂਸ ਹੋਈ ਹੈ ਸਾਡੀ। ਇਟ ਇਜ਼ ਅ ਪਾਰਲੀਮੈਂਟਰੀ ਇਲੈਕਸ਼ਨ, ਤੋਂ 95 ਲੱਖ ਤੱਕ ਦਾ ਜਿਹੜਾ ਖਰਚਾ ਹੈਗਾ ਉਹ ਕਿਸੇ ਵੀ ਕੈਂਡੀਡੇਟ ਵੱਲੋਂ ਕੀਤਾ ਜਾ ਸਕਦਾ। ਦ ਡੇ ਇਲੈਕਸ਼ਨ ਦਾ ਅਨਾਊਂਸ ਉਦੋਂ ਤੋਂ ਹੀ ਸਾਡੀਆਂ ਜਿਹੜੀਆਂ FSPs ਹੈਗੀਆਂ ਨੇ ਤੇ fast surveillance team, our static surveillance team and ਸਾਡੀਆਂ video viewing team, video surveillance team, they are actually mobilized, they are on the ground। ਉਹ ਇੱਕ ਚੀਜ਼ ਦੀ ਜਿਹੜੀ ਨਜ਼ਰ ਹੈ ਉਹ ਰੱਖਦੀਆਂ ਨੇ। ਤੇ ਇਸ ਤੋਂ ਬਾਅਦ ਜਿਹੜਾ ਸਾਡਾ ਸਪੈਸ਼ਲ ਇੱਕ ਜਿਹੜੀ ਐਪ ਕਮਿਸ਼ਨ ਵੱਲੋਂ ਚਲਾਈ ਗਈ ਹੈ ਫॉर द मॉडल कोड ऑफ कंडक्ट being in place, which is e-vigil। any user can download that app and ਕਿਸੇ ਵੀ ਤਰ੍ਹਾਂ ਦੀ ਜੇ ਕੋਡ ਦੀ ਵਾਇਓਲੇਸ਼ਨ ਹੁੰਦੀ ਹੈ ਉਹ ਸਾਡੇ ਕੋਲ ਉੱਥੇ ਪਹੁੰਚ ਸਕਦਾ ਹੈ। within 30 minutes we'll try ਕਿ we'll give our best shot ਕਿ ਉਹਨੂੰ ਅਸੀਂ ਰਿਜ਼ੋਲਵ ਕਰੀਏ। ਤੇ ਉਸ ਤੋਂ ਬਾਅਦ ਐਕਸਪੈਂਡੀਚਰ ਮੋਨੀਟਰਿੰਗ ਦੇ ਉੱਤੇ ਸਾਡੀ ਬੜੀ ਖਾਸ ਪੈਣੀ ਨਜ਼ਰ ਰਹੂਗੀ। ਡਿਸਟ੍ਰਿਕਟ ਲੈਵਲ ਦੇ ਉੱਤੇ ਅਸੀਂ ਤੇ ਪਲੱਸ ਅਸੈਂਬਲੀ ਕੰਸਟੀਟੂਐਂਸੀ ਵਾਈਜ਼ ਅਸੀਂ ਜਿਹੜੇ ਹੈਗੇ ਆ ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ ਸੈਲਸ ਐਕਟੀਵੇਟ ਕੀਤੇ ਹੋਏ ਜਿਹੜੇ ਬੇਸਿਕਲੀ ਦੇਖਦੇ ਨੇ ਕਿ ਪਰ ਕੈਂਡੀਡੇਟ ਜਿਹੜਾ 95 ਲੱਖ ਦੀ ਲਿਮਿਟ ਹੈ ਉਸ ਦੇ ਵਿੱਚ ਹੀ ਜਿਹੜਾ ਪੂਰਾ ਖਰਚਾ ਹੈ ਉਹ ਹੋਵੇ। ਦੈਨ ਅਨਦਰ ਥਿੰਗ ਇਜ਼ ਫॉर media purpose also we have MCMC which is called media ਜਿਹੜੀ ਸਾਡੀ ਉੱਥੇ ਕੰਟਰੋਲ ਰੂਮ ਇੱਕ ਬਣਿਆ ਹੋਇਆ ਕਿ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਆ ਰਹੀ ਹੈ ਮੀਡੀਆ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਕੋਈ ਸਪੈਸ਼ਲੀ ਵੈਬ ਚੈਨਲਸ ਬਹੁਤ ਸਾਰੇ ਨੇ ਉਹਨਾਂ ਦੀ ਮੋਨੀਟਰਿੰਗ ਐਂਡ ਅਦਰ ਦੈਨ ਦੈਟ ਤੁਹਾਡੇ ਪ੍ਰਿੰਟ ਮੀਡੀਆ, ਟੈਲੀਵਿਜ਼ਨ ਮੀਡੀਆ ਉਸ ਵਿੱਚ ਜਿਹੜੀ ਐਡਵਰਟਾਈਜ਼ਮੈਂਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਪ੍ਰਚਾਰ ਹੁੰਦਾ ਦੈਟ ਵਿਲ ਆਲਸੋ ਬੀ ਮੋਨੀਟਰਿੰਗ। ਆਈ ਟੈਲ ਯੂ ਕਿ ਸਾਡਾ ਬਹੁਤ ਜ਼ਿਆਦਾ ਫੋਕਸ ਜਿਹੜਾ ਹੈ ਉਹ ਇਹ ਹੋਊਗਾ ਕਿ ਬਿਨਾਂ ਕਿਸੇ ਡਰ ਤੋਂ ਕਿਸੇ ਵੀ ਸੈਕਸ਼ਨ ਆਫ ਵੋਟਰ ਚਾਹੇ ਉਹ ਕਿਸੇ ਵੀ ਡੈਮੋਗ੍ਰਾਫੀ ਦੇ ਹੋਣ ਤੇ ਪਲੱਸ ਬਿਨਾਂ ਕਿਸੇ ਡਰ ਭੈ ਤੋਂ ਉਹਨਾਂ ਨੂੰ ਅਸੀਂ ਇਲੈਕਸ਼ਨ ਕੰਡਕਟ ਕਰਵਾਈਏ। ਸੋ ਵਲਨਰੇਬਿਲਟੀ ਮੈਪਿੰਗ ਦੀ ਜਿਹੜਾ ਪ੍ਰੋਸੀਜਰ ਹੈ ਦੈਟ ਵੀ ਹੈਵ ਆਲਸੋ ਸਟਾਰਟਡ। ਅਸੀਂ ਪੁਲਿਸ ਤੋਂ ਆਪਣੇ ਜਿਹੜੇ ARO ਨਵੇਂ ਜੁਆਇਨ ਕੀਤੇ ਨੇ ਉਹਨਾਂ ਤੋਂ ਅਸੀਂ
ਥ੍ਰੈਟ ਪਰਸੈਪਸ਼ਨ ਇਨ ਟਰਮਸ ਆਫ ਕਿਤੇ ਉੱਤੇ ਪੁਰਾਣੀ ਵਾਇਲੈਂਸ ਨਹੀਂ ਹੋਈ ਸੀ ਜਾਂ ਕੋਈ ਹੋਰ ਇੱਦਾਂ ਦਾ ਉੱਥੇ ਓਫੈਂਡਰ ਰਹਿੰਦਾ ਜਿਹਨੇ ਕੋਈ ਵਾਇਲੈਂਸ ਦੇ ਵਿੱਚ ਜਾਂ ਕਿਸੇ ਤਰ੍ਹਾਂ ਇੰਟੀਮੀਡੇਟ ਕਰ ਸਕਦਾ ਵੋਟਰ ਨੂੰ, ਡਰਾ ਸਕਦਾ ਹੈ, ਉਹਦੀ ਅਸੀਂ ਪ੍ਰੋਪਰ ਇੱਕ ਜਾਣਕਾਰੀ ਜਿਹੜੀ ਹੈ ਕੰਬਾਈਨ ਕਰਕੇ ਉਹਨਾਂ ਨੂੰ ਵਲਨਰੇਬਲ ਡਿਕਲੇਅਰ ਕਰਾਂਗੇ ਪੋਲਿੰਗ ਬੂਥਸ ਨੂੰ। ਦੈਨ ਸਪੈਸ਼ਲ ਫੋਕਸ ਇਜ਼ ਔਨ ਆਲ ਕਾਈਂਡ ਆਫ ਬੈਨ ਔਨ ਇਲਿਸਿਟ ਲਿਕਰ। ਉਸਦੇ ਉੱਤੇ ਸਾਡੀਆਂ ਅੱਜ ਐਕਸਾਈਜ਼ ਡਿਪਾਰਟਮੈਂਟ ਨਾਲ ਵੀ ਜਿਹੜੀ ਹੈਗੀ ਹੈ ਸਾਡੀ ਮੀਟਿੰਗ ਹੋਈ ਸੀ, ਪੁਲਿਸ ਆਫੀਸ਼ੀਅਲਸ ਔਰ ਆਲਸੋ ਪ੍ਰੈਜ਼ੈਂਟ ਹੈ। ਉਹਦੇ ਵਿੱਚ ਬੜਾ ਫੋਕਸ ਹੈ ਕਿ ਇਲਿਸਿਟ ਲਿਕਰ ਤੇ ਬਿਲਕੁਲ ਵੀ ਸੇਲ ਬਰਦਾਸ਼ਤ ਨਹੀਂ ਕੀਤੀ ਜਾਓ। ਐਂਡ ਪੁਲਿਸ ਵੱਲੋਂ ਸਪੈਸ਼ਲੀ ਜਿਹੜੇ ਹੈਗੇ ਅਰੇਂਜਮੈਂਟ ਕੀਤੇ ਜਾ ਰਹੇ ਕਿ ਜਿੱਥੇ ਸਾਡੇ ਇੰਟਰ ਡਿਸਟ੍ਰਿਕਟ ਨਾਕਾ ਹੈ ਉਹਨੂੰ ਅਸੀਂ ਆਗਮੈਂਟ ਕਰ ਰਹੇ ਹਾਂ ਡਿਸਟ੍ਰਿਕਟ ਨਾਕਾ ਨੂੰ, ਪਲੱਸ ਪੁਲਿਸ ਪ੍ਰੈਜ਼ੈਂਸ ਔਨ ਦ ਗਰਾਊਂਡ ਆਲਸੋ ਵਿਲ ਆਲਸੋ ਬੀ ਇੰਕਰੀਜ਼ਡ as and when we receive paramilitary force, the same would also be deployed for law and order situation as well as for other monitoring. ਤੇ ਸਪੈਸ਼ਲ ਅਸੀਂ 27 ਗੱਡੀਆਂ ਇੱਦਾਂ ਦੀ ਚਲਾ ਰਹੇ ਹਾਂ ਜਿਹੜੇ ਕਿ PTZ ਕੈਮਰਾਜ਼ ਇਹਨਾਂ ਕੋਲ ਹੋਣਗੇ। ਦ ਕੈਮਰਾਜ਼ ਵਿਲ ਬੀ ਹੈਵਿੰਗ ਅ 360 ਡਿਗਰੀ ਵਿਊ। ਉਹ ਗੱਡੀਆਂ ਜਿਹੜੀਆਂ ਨੇ ਮੋਬਾਈਲ ਹੋਣਗੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਜਾਂ ਹੋਰ ਐਕਟੀਵਿਟੀ ਹੁੰਦੀ ਹੈ ਸਾਨੂੰ ਉਹਦੇ ਬਾਰੇ ਜਿਹੜਾ ਹੈ ਪਤਾ ਲੱਗਦਾ ਰਹੇ। ਤੇ ਵੀ ਆਲ ਨੋ ਕਿ ਜਿੰਨੀ ਵੀ ਸਾਡੀ ਪੋਲਿੰਗ ਹੋਊਗੀ ਉਹ EVM ਦੇ ਥਰੂ ਹੀ ਹੋਊਗੀ। EVM ਦੇ ਉੱਤੇ ਟ੍ਰੇਨਿੰਗ ਲਈ ਸਪੈਸ਼ਲੀ ਸਾਡੇ ਸਵੀਪ ਦੀ ਜਿਹੜੀ ਹੈਗੀ ਹੈ ਸਿਸਟਮੈਟਿਕ ਵੋਟਰ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਅਸੀਂ ਬੇਸਿਕਲੀ ਇੱਕ ਟ੍ਰੇਨਿੰਗ ਜਿਹੜੀਆਂ ਨੇ ਵੋਟਰਸ ਲਈ ਕਰਵਾਉਣ ਜਾ ਰਹੇ ਹਾਂ, ਜਿੱਥੇ ਕਿ EVM ਮਸ਼ੀਨ ਪਈ ਹੋਊਗੀ, ਡਮੀ EVM ਮਸ਼ੀਨ ਹੋਊਗੀ, ਸੋ ਦੈਟ ਸਪੈਸ਼ਲੀ ਯੰਗ ਵੋਟਰ ਸ਼ੁੱਡ ਨੋ ਕਿ ਹਾਊ ਟੂ ਗੋ ਐਂਡ ਕਾਸਟ ਅ ਵੋਟ। ਉਹਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ। ਤੇ ਟ੍ਰੇਨਿੰਗ ਪਰਸੋਨਲ ਦੀ ਜਿਹੜੀ ਟ੍ਰੇਨਿੰਗ ਹੈ ਦੈਟ ਵਿਲ ਆਲਸੋ ਸਟਾਰਟ ਸੂਨ ਉਹਦੇ 'ਤੇ ਹੋਊਗੀ। ਤੇ ਕਮਿਸ਼ਨ ਵੱਲੋਂ ਜਿਹੜੀ 12 ਤਰ੍ਹਾਂ ਦੇ ਡਾਕੂਮੈਂਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ, 12 ਤਰ੍ਹਾਂ ਦੇ ਆਈਡੈਂਟੀਫਿਕੇਸ਼ਨ ਡਾਕੂਮੈਂਟ ਕਿ ਤੁਸੀਂ ਉਹਨਾਂ 'ਚੋਂ ਕੋਈ ਵੀ ਡਾਕੂਮੈਂਟ ਔਨ ਦ ਡੇ ਆਫ ਪੋਲ ਲਿਜਾ ਕੇ ਜਿਹੜਾ ਆਪਣਾ ਦਿਖਾ ਸਕਦੇ ਹੋ ਐਂਡ ਯੂ ਕੈਨ ਬੇਸਿਕਲੀ ਵੈਰੀਫਾਈ ਔਰ ਆਈਡੈਂਟੀਫਾਈ ਗਿਵ ਯੂਰ ਆਈਡੈਂਟੀਟੀ। ਆਈ ਜਸਟ ਰੀਡ ਆਊਟ ਜਿਹੜੇ ਨੇ ਆਧਾਰ ਕਾਰਡ ਅੱਜ ਕੋਲ ਸਾਰਿਆਂ ਕੋਲ ਹੈ, ਆਧਾਰ ਕਾਰਡ, ਨਰੇਗਾ ਕਾਰਡ, ਤੁਹਾਡੀ ਬੈਂਕ ਜਾਂ ਪੋਸਟ ਆਫਿਸ ਦੀ ਜਿਹੜੀ ਪਾਸਬੁੱਕ ਹੈ ਦੈਟ ਇਜ਼ ਆਲਸੋ ਵੈਲਿਡ, ਸਮਾਰਟ ਕਾਰਡ ਇਸ਼ੂ ਕੀਤੇ ਹੋਏ ਨੇ ਸਾਡੇ ਹੈਲਥ ਸੈਕਟਰ ਸਕੀਮ ਦੇ ਤਹਿਤ, ਪਲੱਸ ਜਿਹੜੀ ਸਾਡੀ ਲੇਬਰ ਡਿਪਾਰਟਮੈਂਟ ਦੀ ਸਕੀਮ ਹੈਗੀਆਂ ਨੇ, ਜਿੱਦਾਂ ਸਾਡੇ ਕੋਲ ਬੋਰਡ ਆਫ ਕੰਸਟਰਕਸ਼ਨ ਵਰਕਰ ਨੇ ਸਮਾਰਟ ਕਾਰਡ ਇਸ਼ੂ ਕੀਤੇ ਹੋਏ ਨੇ, ਡਰਾਈਵਿੰਗ ਲਾਇਸੈਂਸ ਹੈ, ਪੈਨ ਕਾਰਡ, ਇੰਡੀਅਨ ਪਾਸਪੋਰਟ ਹੈਗਾ ਤੁਹਾਡੇ ਕੋਲ, ਦੈਨ ਪੈਨਸ਼ਨ ਡਾਕੂਮੈਂਟਸ ਹੈਗੇ ਆ, ਜੇ ਤੁਹਾਡੇ ਕੋਲ PPO ਵਗੈਰਾ ਤੁਹਾਡਾ ਹੈ ਦੈਟ ਇਜ਼ ਆਲਸੋ ਵੈਲਿਡ ਡਾਕੂਮੈਂਟ। ਕਿਸੇ ਵੀ ਤਰ੍ਹਾਂ ਦਾ ਕੋਈ ਸਰਵਿਸ ਆਈਡੈਂਟੀਟੀ ਕਾਰਡ ਇਸ਼ੂ ਕੀਤਾ ਹੋਇਆ, ਚਾਹੇ ਉਹ ਸਟੇਟ ਗਵਰਨਮੈਂਟ ਦਾ ਹੋਵੇ, ਸੈਂਟਰਲ ਗਵਰਨਮੈਂਟ ਦਾ ਹੋਵੇ, PSU ਦਾ ਕਿਸੇ ਦਾ ਹੋਵੇ, ਅਦਰ ਅਨਓਫੀਸ਼ੀਅਲ ਆਈਡੈਂਟੀਟੀ ਕਾਰਡ ਜਿਹੜੇ ਇਸ਼ੂ ਕੀਤੇ ਜਾਂਦੇ ਨੇ ਤੁਹਾਡੇ MPs MLAs ਦੇ, ਪਲੱਸ UDID ਕਾਰਡ। ਡਿਸੇਬਲ ਤੁਹਾਨੂੰ ਦੱਸਿਆ ਸੀਗਾ ਕਿ PWD ਵੋਟਰ ਸਾਡੇ ਕੋਲ ਜਿਹੜੇ ਨੇ 10,526 ਨੇ, ਸੋ ਉਹ ਆਪਣੇ UDID ਜਿਹੜੇ ਕਾਰਡ ਹੈ ਜਾਰੀ ਕੀਤੇ ਹੋਏ ਨੇ ਉਹ ਵੀ ਉੱਥੇ ਲਿਜਾ ਕੇ ਆ ਸਕਦੇ ਨੇ। ਤੇ ਸਪੈਸ਼ਲ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਦੈਟ ਇਜ਼ ਔਨ ਆਰਮਸ ਲਾਇਸੈਂਸਿਸ ਐਜ਼ ਵੈਲ ਐਜ਼ ਔਨ ਆਈਡੈਂਟੀਫਾਈਂਗ ਕਿ ਜਿਹੜੇ ਸਾਡੇ ਕੋਈ NPWs ਹੈ ਜਾਂ ਫਿਰ ਕੋਈ ਪ੍ਰੋਕਲੇਮਡ ਅਫੈਂਡਰਸ ਹੈ ਉਹਨਾਂ ਦੇ ਉੱਤੇ ਸਾਡਾ ਬੜਾ ਫੋਕਸ ਰਹੂਗਾ। ਐਂਡ ਐਜ਼ ਐਂਡ ਵੈਨ ਇਫ ਕੋਵਿਡ ਸੀਕਸ ਇਟਸ ਵੀਕ ਔਰ ਕੁਛ ਇੱਦਾਂ ਦਾ ਆਉਂਦਾ ਤਾਂ ਕੋਵਿਡ ਰਿਲੇਟਡ ਜਿਹੜੀ ਗਾਈਡਲਾਈਨਸ ਮਿਨਿਸਟਰੀ ਆਫ ਹੈਲਥ ਵੱਲੋਂ ਜੇ ਜਾਰੀ ਕੀਤੀਆਂ ਗਈਆਂ will be implementing that biodisk management and everything. And now I would hand it over to CP साहब अपने जो पुलिस के arrangements and briefing है क्योंकि ਅਸੀਂ ਜੀ ਹੁਣ ਆਰਡਰ ਕੱਲ ਹੀ ਹੋਇਆ ਹੈਗਾ, ਉਹ ਲੋਕੀ ਆ ਰਹੇ ਨੇ ਜਮ੍ਹਾਂ ਕਰਵਾਉਣਾ ਆਪਣਾ ਸ਼ੁਰੂ ਕਰ ਰਹੇ ਨੇ ਪ੍ਰੋਸੀਜਰ ਆਪਣਾ ਜੀ, ਕਿਉਂਕਿ ਕਮਿਸ਼ਨਰੇਟ ਕੋਲ ਵੀ ਆਰਮਸ ਲਾਇਸੈਂਸ ਦਾ ਹੈ ਤੇ ਰੂਰਲ ਏਰੀਆਜ਼ ਦੇ ਵਿੱਚ ਵੀ ਸਾਡੇ ਕੋਲ ਹੈਗਾ, ਸੋ ਡਿਫਰੈਂਟ ਪੋਲਿੰਗ ਸਟੇਸ਼ਨ ਪੁਲਿਸ ਸਟੇਸ਼ਨ ਵਾਈਜ਼ ਜਿਹੜਾ ਇਹ ਡਿਪੋਜ਼ਿਟ ਹੋਣੇ ਮੰਡੇ ਆਨਵਰਡ ਸ਼ੁਰੂ ਹੋ ਜਾਣਗੇ। ਐਗਜ਼ੈਂਪਸ਼ਨ ਦੇ ਉੱਤੇ ਜਨਰਲੀ ਸਾਡੀ ਕੁਐਰੀਜ਼ ਆ ਰਹੀਆਂ ਨੇ। ਐਗਜ਼ੈਂਪਸ਼ਨ ਬੜੀ ਹੀ ਲਿਮਿਟਡ ਲੋਕਾਂ ਨੂੰ ਉਹਨਾਂ ਦੇ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਦੇ ਉੱਤੇ ਹੀ ਹੋਊਗੀ, ਅਦਰਵਾਈਜ਼ ਜਿਹੜਾ ਬਲੈਂਕਟ ਐਗਜ਼ੈਂਪਸ਼ਨ ਅਸੀਂ ਦਿੱਤੀ ਹੋਈ ਉਹ ਸਿਰਫ ਔਰ ਸਿਰਫ ਸਿਕਿਉਰਿਟੀ ਪਰਸਨ ਨੂੰ ਐਜ਼ ਵੈਲ ਐਜ਼ ਜਿਹੜੇ ਬੈਂਕ ਦੇ ਵਿੱਚ ਕੈਸ਼ ਵਗੈਰਾ ਨਾਲ ਡੀਲ ਕਰਦੇ ਆ ਉਹਨਾਂ ਨੂੰ ਹੀ ਅਸੀਂ ਸਿਕਿਉਰਿਟੀ ਗਾਰਡ ਦੇ ਸੈਂਸਿਟੀਵਿਟੀ ਜੀ ਤੁਹਾਨੂੰ ਦੱਸਿਆ ਸੀ ਵਲਨਰੇਬਿਲਟੀ ਮੈਪਿੰਗ ਜਿਹੜੀ ਹੈ ਉਹ ਸਟਾਰਟ ਕੀਤੀ ਹੋਈ ਹੈ। ਪੁਲਿਸ ਵੱਲੋਂ ਜਦੋਂ ਆਉਂਦੀ ਹੈ ਪਲੱਸ ਉਸ ਤੋਂ ਬਾਅਦ ਸਾਡੇ ਜਿਹੜੇ ਨਵੇਂ ARO ਜੁਆਇਨ ਕੀਤੇ ਨੇ ਉਹਨਾਂ ਵੱਲੋਂ ਆਉਂਦੀ, ਉਸ ਤੋਂ ਬਾਅਦ ਉਹਦੀ ਸੈਂਸਿਟੀਵਿਟੀ ਦਾ ਇੱਕ ਐਨਾਲਿਸਿਸ ਕਰਕੇ ਵਿਲ ਸ਼ੇਅਰ ਦ ਬਰੀਫ नहीं ਐਵੇਂ ਦੀ ਕੋਈ ਦਿੱਕਤ ਨਹੀਂ ਆਏਗੀ। ਸਾਡੇ ਕੋਲ ਸਫੀਸ਼ੀਐਂਟ ਆਫਿਸ ਹੈ ਉਹ ਹੈਗੇ ਤੇ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੀ ਸਾਡੀ ਪੁਰਜੋਰ ਕੋਸ਼ਿਸ਼ ਹੈ ਉਹ ਮੇਨਟੇਨ ਨਹੀਂ ਹੋਵੇ। ਅਕਸਰ ਜਦੋਂ ਹੈ ਉਹਦੇ ਤੋਂ ਬਾਅਦ ਕਾਫੀ ਲੜਾਈ ਦੌਰਾਨ ਪੂਰੀ ਵਾਰ ਇੱਕ ਨਹੀਂ ਅਸੀਂ ਹਰ ਸਿਚੁਏਸ਼ਨ ਨੂੰ ਟੈਕਲ ਕਰਨ ਵਾਸਤੇ ਸਾਡੀ ਪੁਲਿਸ ਜਿਹੜੀ ਹੈਗੀ ਉਹ ਬਿਲਕੁਲ ਰੈਡੀ ਹੈਗੀ ਹੈ।
ਐਂਡ ਅਸੀਂ ਜਿੰਨੇ ਵੀ ਟਰਬਲ ਮੇਕਰ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੇ ਪਹਿਲਾਂ ਤੋਂ ਹੀ ਅਸੀਂ ਉਹਨਾਂ ਤੇ ਜਿੰਨਾ ਵੀ ਹੋਗਾ ਪ੍ਰੀਵੈਂਟਿਵ ਐਕਸ਼ਨ ਲੈਣ ਦੀ ਲੋੜ ਹੈ ਪ੍ਰੀਵੈਂਟਿਵ ਐਕਸ਼ਨ ਲਵਾਂਗੇ ਹੋਰ ਵੀ ਕੋਈ ਕਾਨੂੰਨੀ कोई कार्रवाई करनी थोड़ा करांगे बट वी विल एंश्योर कि इलेक्शन बिल्कुल पीसफुल है। देखो वेबकास्टिंग जी टोटल 100% वेबकास्टिंग होगी साढ़े को 1900 कोड ऑफ कंडक्ट को पूरी तरह से फॉलो करना ते उस तो बाद जी लॉ एंड ऑर्डर की सिचुएशन है उसको मेंटेन करना उसके वास्ते सिविल एडमिनिस्ट्रेशन के नाल साडा प्रॉपर तालमेल हैगा एंड जेडी साडी एसएसटीबी एफएसटी टीम है सिक्योरिटी कंपोनेंट है वो ਅਸੀਂ प्रॉपर प्रोवाइड करवा रहे हैं। तो उस तो अलावा टाइम टू टाइम जी विजिट निकल की गल डी सी साहब ने की है वो उपर साडा फोकस है। उस तो अलावा जो साडे वनरेबल पॉइंट है जो सेंसिटिव ते हाइपर सेंसिटिव साडे बूथ है उन्होंने असीं प्रॉपर कवर करांगे और साडा जिहड़ा मेन मकसद हैगा जिहड़ा इलैक्शन को बिल्कुल पीसफुली ते लॉ एंड ऑर्डर को मेंटेन। थैंक यू। वेबकास्टिंग होगी वेबकास्टिंग पब्लिक डोमेन ਦੇ ਵਿੱਚ ਹੁੰਦੀ ਹੈ एनीवन कैन बेसिकली गो एंड सी। ਉਸ ਤੋਂ ਇਲਾਵਾ ਸਾਡਾ ਕੰਟਰੋਲ ਰੂਮ ਹੋਗਾ ਔਨ ਦ ਡੇ ਆਫ ਵੋਟ ਜਿੱਥੋਂ ਅਸੀਂ ਟੋਟਲ 1972 ਪੋਲਿੰਗ ਸਟੇਸ਼ਨ ਹੈ ਉਹਨੂੰ ਅਸੀਂ ਮੋਨੀਟਰ ਕਰਾਂਗੇ। ਕੋਈ ਸ਼ੈਡੋ ਏਰੀਆ ਸਾਡੇ ਜ਼ਿਲ੍ਹੇ 'ਚ ਹੈ ਨਹੀਂ ਬਟ ਫਿਰ ਵੀ ਅਸੀਂ ਦੇਖ ਰਹੇ ਹਾਂ ਕਿ ਜੇ ਕੋਈ ਇੱਦਾਂ ਦਾ ਫਾਰ ਫਲੰਗ ਬੂਥ ਹੈ ਜਿੱਥੇ ਇੰਟਰਨੈਟ ਦੀ ਕਨੈਕਟੀਵਿਟੀ ਦਾ ਇਸ਼ੂ ਹੈਗਾ ਉਹਨੂੰ ਅਸੀਂ ਆਗਮੈਂਟ ਕਰ ਰਹੇ ਹਾਂ। ਪਬਲਿਕ ਪ੍ਰੋਪਰਟੀ ਡਿਫੇਸਮੈਂਟ ਦੇ ਉੱਤੇ ਵੀ 24 ਆਵਰਸ ਦੇ ਵਿੱਚ ਅਸੀਂ ਬਹੁਤ ਸਾਰੇ ਬੋਰਡ ਬੈਨਰ ਵਗੈਰਾ ਉਤਾਰੇ। तो 48 आवर्स का हम जो दूसरा साडा टाइम है वो शुरू होया है। सो वी हैव बेसिकली मेड 2 नोडल ऑफिसर्स कमिश्नर कॉरपोरेशन फॉर द सिटी एरिया एंड आर डिस्ट्रिक्ट डेवलपमेंट ऑफिसर फॉर द रूरल एरियाज के रिमूवल हो रही है। सिटी एरियाज के कमिश्नर कॉरपोरेशन इज ऑन द जॉब। सो ही इज इंश्योरिंग कि जितनी भी साडी पब्लिक वे प्रॉपर्टी डिफेसमेंट हैगी है अदर दैन द जनरल पोलिटिकल कैंपेनिंग सॉर्ट ऑफ बोर्ड उस तो इलावा कोई जनरल भी ना उनकी सुविधा हाँ जी ਉਹਦਾ ਸਾਡੇ ਕੋਲੇ ਆਉਣ ਦਾ ਕੰਪੋਨੈਂਟ ਅੱਜ ਸਾਡੇ ਕੋਲੇ 2 ਕੰਪਨੀਆਂ ਹੈਗੀਆਂ ਬਟ ਫਾਈਨਲੀ ਹਜੇ ਆਉਣਾ ਬਾਕੀ ਹੈ। ਉਸ ਤੋਂ ਬਾਅਦ ਇਹ ਕਰਦੇ नहीं हजे कोई आई बट ये कि एज पर जो नॉर्म्स है ना एज पर जो नॉर्म्स हैगा जो क्रिटिकल नॉन क्रिटिकल हैगा ਉਹਦੇ ਹਿਸਾਬ ਨਾਲ ਅਸੀਂ ਡਿਮਾਂਡ ਅਸੀਂ ਭੇਜਣੀ ਹੈ ਐਂਡ ਉਹਦੇ ਹਿਸਾਬ ਨਾਲ ਸਾਨੂੰ ਮਿਲ ਜਾਏਗਾ। ਉਹ ਜਿਹੜਾ ਕੋਈ ਵੀ ਜਿਹੜਾ ਬੂਥ ਹੁੰਦਾ ਨਾ ਪੋਲਿੰਗ ਸਟੇਸ਼ਨ ਹੁੰਦਾ ਉਹਦਾ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤਰਫ से एक नॉर्म्स ਹੁੰਦਾ है वो नॉर्म्स के मुताबिक ही करते हैं। देखो सी विजिल ਦੇ ਉੱਤੇ ਜਿੱਦਾਂ ਕੋਈ ਕੰਪਲੇਂਟ ਸਾਨੂੰ ਆਉਂਦੀ ਹੈ ਵੀ ਆ 30 ਮਿੰਟਸ ਦੇ ਵਿੱਚ ਅਸੀਂ ਉਹਨੂੰ ਰਿਜ਼ੋਲਵ ਕਰਦੇ ਹਾਂ ਵਿਦਿਨ 30 ਮਿੰਟ ਜੀ। ਤੇ ਉਸ ਤੋਂ ਇਲਾਵਾ ਜੇ ਕੋਈ ਆਉਂਦੀ ਹੈ ਕੋਈ ਸੀਰੀਅਸ ਲੈਪਸ ਹੈਗਾ ਦੈਨ ਵੀ ਗੋ ਫॉर ਇਨਕੁਆਇਰੀ ਐਂਡ ਵੀਲ ਇਨਸ਼ੋਰ ਐਕਸ਼ਨਸ ਟੇਕਨ। ਜੇ ਐਮਸੀਸੀ ਦੀ ਵਾਇਓਲੇਸ਼ਨ ਹੋਊਗੀ ਵਿਲ ਗੋ ਫॉर ਐਨ that depends upon the kind of complaint. If it is a very serious complaint and we need to go for further investigation, we'll investigate and get the time bar in terms of for CVGL and everything else 30 minutes to try to solve। sorry ਕੀ ਕਹਿ ਰਹੇ ਹੋ ਜੀ? ਅਨਅਕਾਊਂਟਡ ਕੈਸ਼ ਸਵੇਰੇ ਸਾਡੀ ਜੀ ਜਿੰਨੇ ਬੈਂਕਸ ਨੇ ਉਹਨਾਂ ਨਾਲ ਵੀ ਮੀਟਿੰਗ ਹੋਈ ਸੀਗੀ। ਸੋ ਐਨੀ ਸੌਰਟ ਆਫ ਬੈਂਕ ਟ੍ਰਾਂਜੈਕਸ਼ਨ ਵਿਚ ਇਜ਼ ਸੌਰਟ ਆਫ ਅਪੀਅਰਸ ਟੂ ਬੀ ਫ੍ਰਿਵਲਸ ਟੂ ਅਸ ਉਹਦੇ ਦੇ ਉੱਤੇ ਸਾਡੀ ਬਸ ਇਨਕਮ ਟੈਕਸ ਡਿਪਾਰਟਮੈਂਟ ਦੀ ਨਿਗਾਹ ਰਹੂ। ਉਸ ਤੋਂ ਇਲਾਵਾ 50,000 ਉਸ ਦੇ ਲਿਮਿਟ 50,000 ਦੇ ਉੱਤੋਂ ਤੁਸੀਂ ਕੋਈ ਵੀ ਅਨਅਕਾਊਂਟਡ ਜਿਹੜਾ ਕੈਸ਼ ਹੈ ਨਹੀਂ ਕੈਰੀ ਕਰ ਸਕਦੇ।